ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬੇਦੀ ਕਰਦੇ ਹਾਂ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਲਗਭਗ 30 ਡਿਗਰੀ ਟੈਂਪਰੇਚਰ ਰਿਹਾ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ ਇੱਕ ਹਫ਼ਤੇ ਦੇ ਵਿੱਚ 32 ਤੋਂ ਲੈ ਕੇ 33 ਡਿਗਰੀ ਤੱਕ ਪੰਜਾਬ ਦੇ ਵਿੱਚ ਟੈਂਪਰੇਚਰ ਹੋ ਜਾਣਾ। ਦਿੱਲੀ ਤੇ ਹਰਿਆਣੇ ਦੇ ਵਿੱਚ ਵੀ ਗਰਮੀ ਦਿਨ ਦੇ ਵੇਲੇ ਚੋਖੀ ਹੈ। ਹੁਣ ਸਵੈਟਰ ਅੱਧੀ ਬਾਂਹ ਵਾਲਾ ਵੀ ਪਾਉਣ ਦੀ ਲੋੜ ਨਹੀਂ, ਭਾਵੇਂ ਰਾਤ ਦਾ ਵੇਲਾ ਹੋਵੇ ਤੇ ਭਾਵੇਂ ਦਿਨ ਦਾ ਵੇਲਾ ਹੋਵੇ। ਹੁਣ ਤੁਹਾਨੂੰ ਕੱਲੀ ਸ਼ਰਟ ਦੇ ਨਾਲ, ਕੱਲੇ ਝੱਗੇ ਦੇ ਨਾਲ ਸਰ ਜਾਂਦਾ। ਹੁਣ ਕੋਈ ਬਾਹਲੇ ਲੀੜਿਆਂ ਦੀ ਲੋੜ ਨਹੀਂ। ਰਾਤ ਦੇ ਵੇਲੇ ਵੀ ਹੁਣ ਕੋਈ ਰਜਾਈਆਂ ਦੀ ਜ਼ਰੂਰਤ ਨਹੀਂ। ਸਾਡੀ ਲੰਘੇ ਕੱਲ੍ਹ ਕਈ ਪੱਤਰਕਾਰ ਭਰਾਵਾਂ ਦੇ ਨਾਲ ਗੱਲਬਾਤ ਹੋਈ ਹੈ ਜਿਹੜੇ ਕਿ ਸਿੰਘੂ ਤੇ ਟਿੱਕਰੀ ਬਾਰਡਰ ਦੇ ਉੱਤੇ ਗਏ ਹੋਏ ਆ। ਮੈਂ ਆਪਣੇ ਪੱਤਰਕਾਰ ਦੋਸਤਾਂ ਨੂੰ ਵਾਰ-ਵਾਰ ਕਈਆਂ ਨੂੰ ਫੋਨ ਕਰਕੇ ਪੁੱਛਿਆ ਵੀ ਸੱਚ ਦੱਸਿਓ, ਕਈ ਤਰ੍ਹਾਂ ਦੀਆਂ ਅਸੀਂ ਖਬਰਾਂ ਸੁਣਦੇ ਹਾਂ। ਕੋਈ ਕਹਿੰਦਾ ਜੀ ਇਕੱਠ ਓਨਾ ਹੀ ਆ, ਕੋਈ ਕਹਿੰਦਾ ਜੀ ਘਟ ਗਿਆ, ਵਿਚਲੀ ਗੱਲ ਕੀ ਆ? ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਕੱਠ ਲਗਭਗ ਓਨਾ ਹੀ ਆ। ਸਿੰਘੂ ਬਾਰਡਰ ਦੇ ਲੋਕਾਂ ਨੇ ਵੀ ਇਹ ਗੱਲ ਕਹੀ ਹੈ ਤੇ ਟਿੱਕਰੀ ਬਾਰਡਰ ਦੇ ਉੱਤੇ ਜਿਹੜੇ ਗਏ ਹੋਏ ਪੱਤਰਕਾਰ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ 19-21 ਦਾ ਫਰਕ ਜ਼ਰੂਰ ਹੈਗਾ, ਕਿਉਂਕਿ ਮੌਸਮ ਬਦਲਿਆ। ਇਸ ਕਰਕੇ ਖੇਤੀਬਾੜੀ ਦੇ ਮੱਦੇਨਜ਼ਰ ਜ਼ਰੂਰਤਾਂ ਕਈ ਵਧੀਆਂ ਵੀ ਆ। 19-21 ਦਾ ਫਰਕ ਹੈਗਾ। ਪਰ ਜਿਹੜੇ ਲੋਕ ਇਹ ਗੱਲ ਕਹਿੰਦੇ, ਖਾਸ ਕਰਕੇ ਗੋਦੀ ਮੀਡੀਆ ਇਹ ਗੱਲ ਕਹਿੰਦਾ ਕਿ ਕਿਸਾਨ ਅੰਦੋਲਨ ਤੋਂ ਸਮਾप्त हो गया, ये आंदोलन तो बस खत्म हो चुका है, अब तो यहाँ कोई दिखाई नहीं दे रहा, अब तो पंडाल सुनने पड़े हैं। इदां ਦੀਆਂ ਗੱਲਾਂ ਬਿਲਕੁਲ ਗਲਤ ਹੈ। ਇਹਨਾਂ ਗੱਲਾਂ ਦੇ ਉੱਤੇ, ਇਹਨਾਂ ਚੈਨਲਾਂ ਦੇ ਉੱਤੇ, ਇਹਨਾਂ ਖਬਰਾਂ ਦੇ ਉੱਤੇ ਭੋਰਾ ਯਕੀਨ ਨਹੀਂ ਕਰਨਾ ਚਾਹੀਦਾ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹਨੂੰ ਵੀ ਸ਼ੱਕ ਹੈ, ਜਿਹਨੂੰ ਇਹ ਲੱਗਦਾ ਵੀ ਕਿ ਅਸੀਂ ਗਲਤ ਕਹਿ ਰਹੇ ਹਾਂ, ਉਹ ਆਪ ਆ ਕੇ ਦੇਖ ਜਾਵੇ। ਸਵੇਰੇ ਆਵੇ ਤੇ ਭਾਵੇਂ ਆਥੜ ਨੂੰ ਮੁੜ ਜਾਵੇ, ਆਪਦੇ ਅੱਖੀਂ ਦ੍ਰਿਸ਼ ਦੇਖ ਕੇ ਜਾਵੇ ਵੀ ਲੋਕ ਓਨੀ ਵੱਡੀ ਗਿਣਤੀ ਦੇ ਵਿੱਚ ਆ, ਘਟੇ ਆ ਜਾਂ ਫਿਰ ਵਧੇ ਆ। ਇਸ ਤੋਂ ਇਲਾਵਾ ਗੱਲ ਇਹ ਵੀ ਦੱਸਣੀ ਬਣਦੀ ਹੈ ਕਿ ਗਰਮੀ ਦੇ ਮੱਦੇਨਜ਼ਰ ਹੁਣ ਤਿਆਰੀਆਂ ਜੰਗੀ ਪੱਧਰ ਦੇ ਉੱਤੇ ਹੈਗੀਆਂ। ਕਿਸਾਨ ਭਰਾਵਾਂ ਨੇ ਇਹ ਗੱਲ ਕਹੀ ਹੈ ਕਿ ਭਾਵੇਂ ਸਾਨੂੰ ਪੂਰੀ ਗਰਮੀ ਇੱਥੇ ਕੱਟਣੀ ਪੈ ਜਾਵੇ, ਅਸੀਂ ਜਿੱਤੇ ਤੋਂ ਬਿਨਾਂ ਵਾਪਸ ਨਹੀਂ ਜਿਉਂਦੇ। ਇੱਕ ਹੋਰ ਗੱਲ ਦੱਸਣੀ ਬਣਦੀ ਹੈ ਕਿ ਪਾਣੀ ਦੇ ਪ੍ਰਬੰਧ ਉੱਥੇ ਪੁਖਤਾ ਕਰ ਲਏ ਗਏ ਆ। ਹੁਣ ਉੱਥੇ ਲੱਸੀ ਤੇ ਕੋਲਡ ਕੌਫੀ, ਦਹੀਂ ਤੇ ਹੋਰ ਜਿਹੜੀਆਂ ਠੰਡੀਆਂ ਚੀਜ਼ਾਂ ਉਹਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਉਹਦੇ ਲੰਗਰ ਹੁਣ ਚੱਲਣੇ ਸ਼ੁਰੂ ਹੋ ਜਾਣੇ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਉੱਥੇ ਫਰਿੱਜਾਂ, ਉੱਥੇ ਕੂਲਰ, ਉੱਥੇ ਪੱਖੇ, ਉੱਥੇ ਏਸੀ, ਉੱਥੇ ਮੰਜੇ ਤੇ ਹੋਰ ਜਿਹੜੀਆਂ ਚੀਜ਼ਾਂ ਵਰਤੋਂ ਵਾਲੀਆਂ ਉਹ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ। ਫਰਿੱਜਾਂ ਵੀ ਉੱਥੇ ਲੱਗਣੀਆਂ ਸ਼ੁਰੂ ਹੋ ਗਈਆਂ। ਕਈ ਕਿਸਾਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਸਾਨੂੰ। ਉਹਨਾਂ ਨੇ ਕਿਹਾ ਜੀ ਕਿ ਅਸੀਂ ਟਰਾਲੀਆਂ ਭਰ ਕੇ ਉੱਥੇ ਪਰਾਲੀ ਦੀਆਂ ਲੈ ਕੇ ਜਾ ਰਹੇ ਹਾਂ। ਉਹ ਕਿਉਂ? ਉਹ ਕਹਿੰਦੇ ਜੀ ਅਸੀਂ ਇੱਥੇ ਝੌਂਪੜੀ ਨੂੰਮਾ ਰੈਣ ਬਸੇਰੇ ਬਣਾਉਣੇ ਆ ਪਰਾਲੀ ਦੇ ਨਾਲ, ਤਾਂ ਜੋ ਤਪਸ਼ ਆ ਜਿਹੜੀ ਉਹ ਲੋਕਾਂ ਨੂੰ ਨਾ ਹੋਵੇ। 10 ਤੋਂ ਲੈ ਕੇ 12 ਲੋਕਾਂ ਦੇ ਰਹਿਣ ਦੇ ਲਈ, ਸੌਣ ਦੇ ਲਈ ਇੱਥੇ ਅਸੀਂ ਪ੍ਰਬੰਧ ਕਰਾਂਗੇ ਇੱਕ ਝੌਂਪੜੀ ਦੇ ਵਿੱਚ। ਸੋ ਇਹ ਇੱਕ ਚੰਗੀ ਗੱਲ ਹੈ, ਇਹ ਇੱਕ ਵੱਖਰੀ ਗੱਲ ਹੈ, ਇਹ ਇੱਕ ਅੱਡਰੀ ਗੱਲ ਹੈ। ਤੇ ਜਿਸ ਤਰੀਕੇ ਦੇ ਨਾਲ ਉੱਥੇ ਹੁਣ ਮੈਡੀਕਲ ਦੀਆਂ ਸਹੂਲਤਾਂ ਸ਼ੁਰੂ ਹੋਈਆਂ, ਕਿਉਂਕਿ ਜਦੋਂ ਗਰਮੀ ਹੁੰਦੀ ਹੈ ਉਸ ਤੋਂ ਬਾਅਦ ਉੱਥੇ ਮਲੇਰੀਆ, ਉੱਥੇ ਡੇਂਗੂ, ਉੱਥੇ ਕਈ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ। ਉਹਦੇ ਮੱਦੇਨਜ਼ਰ ਵੀ ਉੱਥੇ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਆ। ਸੋ ਇਸ ਵਕਤ ਕਿਸਾਨ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਆਉਂਦੇ ਸਮੇਂ ਦੇ ਵਿੱਚ ਕਦੋਂ ਸਰਕਾਰ ਝੁਕਦੀ ਹੈ ਤੇ ਕਦੋਂ ਗੱਲ ਮੰਨਦੀ ਹੈ, ਇਹਦੇ ਬਾਰੇ ਤਾਂ ਕੋਈ ਭਵਿੱਖਬਾਣੀ ਕਰ ਨਹੀਂ ਸਕਦੇ। ਪਰ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਜ਼ਿੰਦਾਬਾਦ ਹਾਂ, ਜ਼ਿੰਦਾਬਾਦ ਸਾਂ ਤੇ ਜ਼ਿੰਦਾਬਾਦ ਅਸੀਂ ਰਵਾਂਗੇ। ਇਸੇ ਦਰਮਿਆਨ ਇੱਕ ਖਬਰ ਹੋਰ ਆਈ ਹੈ, ਉਹ ਹੈਗੀ ਹੈ ਦਿੱਲੀ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਨਾਲ ਸੰਬੰਧਿਤ। ਬੀਜੇਪੀ ਨੂੰ ਪੰਜਾਬ ਦੇ ਵਿੱਚ ਧੋਬੀ ਪਟਕਾ ਲੱਗਾ। ਆਪਾਂ ਸਾਰੇ ਜਾਣਦੇ ਹਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਵਿੱਚ ਇੱਥੇ ਚਲੋ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਜੀ ਦੇਖੋ ਪੰਜਾਬ ਦੇ ਵਿੱਚ ਸਾਡੇ ਪਹਿਲਾਂ ਕਿਹੜਾ ਪੈਰ ਲੱਗੇ ਸੀ, ਇੱਥੇ ਅਕਾਲੀ ਦਲ ਦੇ ਨਾਲੋਂ ਸਾਡਾ ਰਿਸ਼ਤਾ ਟੁੱਟਿਆ, ਇਸ ਕਰਕੇ ਨੁਕਸਾਨ ਹੋਇਆ। ਇੱਥੇ ਜੀ ਕਾਂਗਰਸ ਦੇ ਵੱਲੋਂ ਧੱਕਾ ਕੀਤਾ ਗਿਆ। ਪਰ ਦਿੱਲੀ ਦੇ ਵਿੱਚ ਹੀ ਕੇਂਦਰੀ ਹਕੂਮਤ ਬੈਠੀ ਹੈ। ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਇਸ ਵਕਤ ਕੇਜਰੀਵਾਲ ਦੀ ਹੈ ਤੇ ਉੱਥੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਨੂੰ ਜਿਸ ਤਰੀਕੇ ਨਾਲ ਧੋਬੀ ਪਟਕਾ ਲੱਗਾ, ਉਹ ਵੀ ਕਮਾਲ ਦੀ ਗੱਲ ਹੈ। ਕਹਿਣ ਦਾ ਭਾਵ ਇਹ ਹੈ ਕਿ ਬੀਜੇਪੀ ਹੈ ਜਿਹੜੀ ਉਹ ਇਸ ਵਕਤ ਆਪਣੇ ਘਰ ਦੇ ਵਿੱਚ ਹੀ ਭੁਆਟਣੀ ਖਾ ਕੇ ਬਹਿ ਗਈ ਹੈ। ਇਹਦੇ ਕਰਕੇ ਆਉਣੇ ਸਮੇਂ ਦੇ ਵਿੱਚ ਉਹਦੇ ਲਈ ਸੋਚਣ ਦਾ ਵਕਤ ਜ਼ਰੂਰ ਹੋਊਗਾ। ਕਮਾਲ ਦੀ ਗੱਲ ਇਹ ਹੈ ਵੀ ਇੱਕ ਥਾਂ ਦੇ ਉੱਤੇ ਕਾਂਗਰਸ ਨੂੰ ਜਿੱਤ ਮਿਲੀ ਹੈ, ਕਈ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਜਿੱਤ ਮਿਲੀ ਹੈ ਤੇ ਬੀਜੇਪੀ ਦੇ ਨੇਤਾ ਕਹਿੰਦੇ ਜੀ ਅਸੀਂ ਇਸ ਹਾਰ ਦੇ ਉੱਤੇ ਮੰਥਨ ਕਰਾਂਗੇ, ਅਸੀਂ ਇਸ ਹਾਰ ਦੇ ਉੱਤੇ ਚਿੰਤਨ ਕਰਾਂਗੇ। ਹੁਣ ਚਿੰਤਨ ਦੇ ਵਿੱਚੋਂ ਕੀ ਨਿਕਲਦਾ ਕੁਝ ਕਹਿ ਨਹੀਂ ਸਕਦੇ। ਪਰ ਕਹਿਣ ਦਾ ਭਾਵ ਇਹ ਹੈ ਕਿ ਹੌਲੀ ਹੌਲੀ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਆ। ਬੇਸ਼ੱਕ ਅਸੀਂ ਕਿਸਾਨ ਅੰਦੋਲਨ ਨੂੰ 1 ਮਿੰਟ ਦੇ ਲਈ ਇੱਕ ਪਾਸੇ ਰੱਖ ਦਿੰਦੇ ਆ ਵੀ ਇਹ ਤਾਂ ਚਲੋ ਕਿਸਾਨੀ ਦੀ ਤੇ ਮਜ਼ਦੂਰੀ ਦੀ ਗੱਲ ਹੈ, ਪਰ ਜਿਹੜੇ ਆਮ ਲੋਕ ਆ, ਭਾਵੇਂ ਭਾਰਤ ਦਾ ਕੋਈ ਵੀ ਵਿਅਕਤੀ ਕਿਸੇ ਵੀ ਕੰਮ ਨਾਲ ਜੁੜਿਆ ਹੋਵੇ ਤੇ ਕਿਸੇ ਵੀ ਸੂਬੇ ਦਾ ਕਿਉਂ ਨਾ ਹੋਵੇ, ਪੈਟਰੋਲ ਤਾਂ ਉਹਨੂੰ ਵੀ ਲਗਭਗ 100 ਰੁਪਈਆ ਲੀਟਰ ਹੀ ਮਿਲਦਾ, ਸਿਲੰਡਰ ਤਾਂ ਉਹਨੂੰ ਵੀ 800 ਤੋਂ ਲੈ ਕੇ 850 ਰੁਪਈਏ ਦੇ ਮਿਲਦਾ, ਡੀਜ਼ਲ ਉਹਨੂੰ ਵੀ ਇਸ ਵਕਤ ਬੜਾ ਮਹਿੰਗਾ ਮਿਲਦਾ, ਭਾੜਾ ਉਹਦੇ ਲਈ
ਪਾਣੀ ਵੀ ਰੇਲ ਦਾ ਮਹਿੰਗਾ ਹੋਣ ਲੱਗਾ। ਸੋ ਸਾਰੀਆਂ ਚੀਜ਼ਾਂ ਦੇ ਵਿੱਚ ਮਹਿੰਗਾਈ ਹੋਣ ਦੇ ਕਰਕੇ ਬੀਜੇਪੀ ਦੇ ਪ੍ਰਤੀ ਲੋਕਾਂ ਦੀਆਂ ਨਜ਼ਰਾਂ ਤੇ ਨਜ਼ਰੀਆ ਇਸ ਵਕਤ ਬਦਲ ਰਿਹਾ। ਉਸ ਤੋਂ ਅਗਲੀ ਗੱਲ ਇਹ ਹੈ ਕਿ 12 ਤਰੀਕ ਨੂੰ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਪੱਛਮੀ ਬੰਗਾਲ ਦੇ ਕੋਲਕਾਤਾ ਖੇਤਰ ਦੇ ਵਿੱਚ ਰੈਲੀ ਕਰਨੀ ਹੈ। ਉੱਥੇ ਕੋਲਕਾਤਾ ਖੇਤਰ ਦੇ ਵਿੱਚ ਜਾ ਕੇ ਬੀਜੇਪੀ ਦੇ ਪ੍ਰਤੀ ਦੱਸਿਆ ਜਾਊਗਾ ਵੀ ਇਹਨਾਂ ਨੇ ਕਿਵੇਂ ਨੁਕਸਾਨ ਕੀਤਾ, ਇਹਨਾਂ ਨੇ ਪਿਛਲੇ ਲਗਭਗ 7 ਵਰ੍ਹਿਆਂ ਦੇ ਵਿੱਚ ਕਿਵੇਂ ਘਾਣ ਕੀਤਾ, ਲੋਕਤੰਤਰ ਦਾ ਵੀ, ਜਮਹੂਰੀ ਕਦਰਾਂ ਕੀਮਤਾਂ ਦਾ ਵੀ। ਸੋ ਇਸ ਕਰਕੇ ਕਹਿਣ ਦਾ ਭਾਵ ਇਹ ਹੈ ਕਿ ਵੱਡੇ ਪੱਧਰ ਦੇ ਉੱਤੇ ਲੋਕ ਆ ਜਿਹੜੇ ਉਹ ਜੁੜਨਾ ਸ਼ੁਰੂ ਹੋਏ ਆ। ਭਾਰਤ ਭਰ ਦੇ ਵਿੱਚ ਇਹ ਅੰਦੋਲਨ ਜਿਹੜਾ ਉਹ ਫੈਲ ਰਿਹਾ ਤੇ ਪੰਜਾਬ ਤੋਂ ਬਾਅਦ ਦਿੱਲੀ ਦੇ ਵਿੱਚ ਸਥਾਨਕ ਸਰਕਾਰਾਂ ਚੋਣਾਂ ਦੇ ਵਿੱਚ ਜਾਂ ਕਹਿ ਲਈਏ ਨਗਰ ਨਿਗਮ ਚੋਣਾਂ ਦੇ ਵਿੱਚ ਬੀਜੇਪੀ ਨੂੰ ਧੋਬੀ ਪਟਕਾ ਲੱਗਣ ਦਾ ਮਤਲਬ ਇਹ ਹੈ ਵੀ ਹੁਣ ਹੌਲੀ ਹੌਲੀ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਆ ਜਿਹੜੀ ਉਹਨੂੰ ਸ਼ਾਇਦ ਇਸ ਗੱਲ ਦੀ ਸਮਝ ਆਵੇ ਵੀ ਲੋਕ ਇਕਜੁੱਟ ਹੋਣੇ ਸ਼ੁਰੂ ਹੋਏ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਤੋਂ ਬਾਅਦ ਬੀਜੇਪੀ ਨੂੰ ਹੁਣ ਦਿੱਲੀ ਦੇ ਵਿੱਚ ਵੀ ਝਟਕਾ ਲੱਗ ਗਿਆ। ਦਿੱਲੀ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਹਰਾ ਕੇ ਸਪਸ਼ਟ ਕਰ ਦਿੱਤਾ ਹੈ ਕਿ ਕੌਮੀ ਰਾਜਧਾਨੀ ਦੇ ਵਿੱਚ ਸਿਰਫ ਤੇ ਸਿਰਫ ਅਜੇ ਕੇਜਰੀਵਾਲ ਦਾ ਹੀ ਦਬਦਬਾ ਹੈ। ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ ਦੇ ਉੱਤੇ ਹੋਈਆਂ ਜ਼ਿਮਨੀ ਚੋਣਾਂ ਦੇ ਵਿੱਚ ਬੀਜੇਪੀ ਇੱਕ ਵੀ ਸੀਟ ਨਹੀਂ ਜਿੱਤ ਸਕੀ। ਆਮ ਆਦਮੀ ਪਾਰਟੀ ਨੇ 5 ਵਿੱਚੋਂ 4 ਸੀਟਾਂ ਦੇ ਉੱਤੇ ਕਬਜ਼ਾ ਕੀਤਾ ਹੈ, ਜਦਕਿ ਕਾਂਗਰਸ ਨੇ 1 ਸੀਟ ਦੇ ਉੱਤੇ ਬਾਜ਼ੀ ਮਾਰੀ ਹੈ। ਇਹਨਾਂ ਚੋਣਾਂ ਦੇ ਵਿੱਚ ਦਿੱਲੀ ਦੀ ਜਨਤਾ ਨੇ ਕੇਜਰੀਵਾਲ ਸਰਕਾਰ ਦੇ ਕੰਮਾਂ ਦੇ ਉੱਤੇ ਮੋਹਰ ਲਾਉਂਦਿਆਂ ਬੀਜੇਪੀ ਨੂੰ ਖਾਰਜ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਕਿ ਕਿਸਾਨ ਅੰਦੋਲਨ ਤੇ ਮਹਿੰਗਾਈ ਕਰਕੇ ਦੇਸ਼ ਦੇ ਵਿੱਚ ਬਣੇ ਮਾਹੌਲ ਨੇ ਬੀਜੇਪੀ ਦਾ ਕਾਫੀ ਨੁਕਸਾਨ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਅੰਦਰ ਹੋਈਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਵਿੱਚ ਬੀਜੇਪੀ ਦਾ ਮੁਕੰਮਲ ਸਫਾਇਆ ਹੋ ਗਿਆ। ਹਰਿਆਣਾ ਅੰਦਰ ਸਥਾਨਕ ਬੋਡੀਜ਼ ਦੀਆਂ ਚੋਣਾਂ ਦੇ ਵਿੱਚ ਵੀ ਬੀਜੇਪੀ ਨੂੰ ਝਟਕਾ ਲੱਗਾ ਸੀ। ਹੁਣ ਅਗਲੀਆਂ ਚੋਣਾਂ ਯੂਪੀ ਦੇ ਵਿੱਚ ਪੰਚਾਇਤਾਂ ਦੀਆਂ ਹੋ ਰਹੀਆਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਿਸਾਨ ਅੰਦੋਲਨ ਸਿਖਰਾਂ ਦੇ ਉੱਤੇ ਹੈ, ਇਸ ਕਰਕੇ ਬੀਜੇਪੀ ਦਾ ਫਿਕਰ ਵੱਧ ਗਿਆ। ਦਿੱਲੀ ਦੇ ਵਿੱਚ ਜ਼ਿਮਨੀ ਚੋਣਾਂ ਦੇ ਨਤੀਜੇ ਕਿਵੇਂ ਆਏ ਇਹ ਵੀ ਦੱਸ ਦਿੰਦੇ ਆ। ਤਰਲੋਕਪੁਰੀ ਤੋਂ ਵਿਜੇ ਕੁਮਾਰ ਨੇ 4900 ਤੇ 86 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਕਲਿਆਣਪੁਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਧੀਰੇਂਦਰ ਕੁਮਾਰ ਨੇ 7043 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ। ਰੋਹਿਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮਚੰਦਰ ਨੇ ਜਿੱਤ ਹਾਸਲ ਕੀਤੀ ਹੈ। ਸ਼ਾਲੀਮਾਰ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਸੁਨੀਤਾ ਮਿਸ਼ਰਾ ਤੇ ਪੂਰਬੀ ਚੌਹਾਨ ਬਾਂਗਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਜ਼ੁਬੈਰ ਅਹਿਮਦ ਨੇ ਜਿੱਤ ਹਾਸਲ ਕੀਤੀ ਹੈ। ਤੇ ਅਰਵਿੰਦ ਕੇਜਰੀਵਾਲ ਨੇ ਕਿਹਾ, ਜਨਤਾ ਨੇ ਸਾਡੇ ਕੀਤੇ ਹੋਏ ਕੰਮਾਂ ਦੇ ਉੱਤੇ ਪ੍ਰਵਾਨਗੀ ਦੀ ਪੱਕੀ ਮੋਹਰ ਲਾਈ ਹੈ। ਅਸੀਂ ਨਾ ਤਾਂ ਗੁੰਡਾਗਰਦੀ ਕੀਤੀ ਹੈ, ਨਾ ਅਸੀਂ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ, ਨਾ ਹੀ ਅਸੀਂ ਕਿਸੇ ਨੂੰ ਜ਼ਬਰਦਸਤੀ ਕਿਹਾ ਕਿ ਸਾਨੂੰ ਵੋਟ ਪਾਓਗੇ ਤਾਂ ਹੀ ਬਚੇ ਰਹੋਗੇ। ਇਹ ਲੋਕਾਂ ਨੂੰ ਚੰਗਾ ਲੱਗਿਆ, ਉਹਨਾਂ ਨੇ ਤਾਂ ਹੀ ਫੈਸਲਾ ਕੀਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਰਿਆਣੇ ਦੇ ਵਿੱਚ ਕਾਫੀ ਵੱਡਾ ਝਟਕਾ ਬੀਜੇਪੀ ਨੂੰ ਲੱਗਾ ਤੇ ਪੰਜਾਬ ਦੇ ਵਿੱਚ ਝਟਕੇ ਤੋਂ ਬਿਨਾਂ ਕੁਝ ਨਹੀਂ ਲੱਗਾ। ਪੰਜਾਬ ਦੇ ਵਿੱਚ ਅੱਜ ਵੀ ਬੀਜੇਪੀ ਦੇ ਮੂਹਰੇ ਉਹੀ ਚੁਣੌਤੀਆਂ ਜਿਹੜੀਆਂ ਕਿ ਪਹਿਲਾਂ ਸੀਗੀਆਂ। ਹੁਣ ਜਦੋਂ ਦਿੱਲੀ ਦੇ ਵਿੱਚ ਜ਼ਿਮਨੀ ਚੋਣਾਂ ਦੇ ਵਿੱਚ ਵੀ ਝਟਕਾ ਲੱਗਾ ਤਾਂ ਉਸ ਤੋਂ ਬਾਅਦ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਇਸ ਵਕਤ ਅੰਨੀ ਹਨੇਰੀ ਨਹੀਂ ਚੱਲ ਰਹੀ। ਜਿਹੜੀ ਪਹਿਲਾਂ ਹਨੇਰੀ ਚੱਲਦੀ ਸੀ ਜਿਹਦੇ ਵਿੱਚ ਗੱਲ ਕਹੀ ਜਾਂਦੀ ਸੀ ਕਿ ਹੁਣ ਤਾਂ ਜੀ ਜੋ ਦਿਸਦਾ ਬਸ ਉਹ ਕਮਾਲ ਹੀ ਹੋਇਆ ਪਿਆ, ਘਰ ਘਰ ਮੋਦੀ, ਹਰ ਘਰ ਮੋਦੀ, ਹੁਣ ਉਹ ਗੱਲ ਦਿਖਾਈ ਨਹੀਂ ਦਿੰਦੀ। ਬੀਜੇਪੀ ਦੇ ਕੁਝ ਕੁ ਨੇਤਾਵਾਂ ਨੇ ਇਹ ਵੀ ਗੱਲ ਕਹੀ ਹੈ। ਉਹ ਕਹਿੰਦੇ ਜੀ ਕਿ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਆ, ਦਿੱਲੀ 'ਚ ਸਥਾਨਕ ਚੋਣਾਂ ਜਿਹੜੀਆਂ ਉਹ ਸੱਤਾਧਾਰੀ ਧਿਰ ਦੀਆਂ ਹੀ ਹੁੰਦੀਆਂ, ਇਹਦੇ ਨਾਲ ਕੀ ਬਹੁਤਾ ਫਰਕ ਪੈਂਦਾ। ਪਰ ਉਦੋਂ ਉਹ ਲੋਕ ਇਹ ਗੱਲ ਭੁੱਲ ਜਾਂਦੇ ਆ ਵੀ ਹਰਿਆਣੇ ਦੇ ਵਿੱਚ ਤਾਂ ਤੁਹਾਡੀ ਪਾਰਟੀ ਦੀ ਸਰਕਾਰ ਹੈ, ਝਟਕਾ ਤੁਹਾਨੂੰ ਕਾਫੀ ਹੱਦ ਤੱਕ ਉੱਥੇ ਵੀ ਲੱਗਾ। ਤੇ ਹੁਣ ਤੁਸੀਂ ਇਹ ਨਾ ਕਹਿ ਦਿਓ ਵੀ ਉੱਥੇ ਵੀ ਕਿਸੇ ਹੋਰ ਪਾਰਟੀ ਦੇ ਲੋਕ ਆ ਕੇ ਭਾਜਪਾ ਦੇ ਖਿਲਾਫ ਭੁਗਤ ਗਏ ਆ। ਹੁਣ ਜੇਕਰ ਪੰਚਾਇਤੀ ਚੋਣਾਂ ਦੇ ਵਿੱਚ ਯੂਪੀ ਦੇ ਵਿੱਚ ਝਟਕਾ ਲੱਗਦਾ ਬੀਜੇਪੀ ਨੂੰ, ਇਹਦਾ ਮਤਲਬ ਇਹ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਸਮਝ ਆ ਸਕਦੀ ਹੈ। ਜੇਕਰ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਵੱਲੋਂ ਝਟਕਾ ਦਿੱਤਾ ਜਾਂਦਾ ਹੈ, ਇਹਦਾ ਮਤਲਬ ਇਹ ਹੈ ਕਿ ਬੀਜੇਪੀ ਦੇ ਮੂਹਰੇ ਚੁਣੌਤੀਆਂ ਦਾ ਪਹਾੜ ਖੜਾ ਹੋ ਜਾਂਦਾ ਹੈ। ਮੈਂ ਜਿਵੇਂ ਮੁੱਢ ਦੇ ਵਿੱਚ ਗੱਲ ਕਹੀ ਹੈ, ਅਸੀਂ ਕਹਿ ਸਕਦੇ ਹਾਂ ਵੀ ਕਿਸਾਨ ਅੰਦੋਲਨ ਆ ਜਿਹੜਾ ਇਹ ਤਾਂ ਕਿਸਾਨਾਂ ਦਾ, ਜਿਵੇਂ ਕਿ ਕਈ ਲੋਕ ਕਹਿੰਦੇ ਗੁੰਮਰਾਹ ਹੋ ਗਏ ਆ ਕਿਸਾਨ। ਚਲੋ ਇਹ ਵੀ ਇੱਕ ਸਕਿੰਟ ਲਈ ਮੰਨ ਲਓ, ਜਿਵੇਂ ਕਿ ਗੋਦੀ ਮੀਡੀਆ ਪ੍ਰਚਾਰ ਰਿਹਾ, ਹਾਲਾਂਕਿ ਕਿਸਾਨਾਂ ਦੇ ਉੱਤੇ ਮਾਣ ਆ, ਉਹ ਕੋਈ ਗੁੰਮਰਾਹ ਨਹੀਂ ਹੋਏ। ਇਹ ਵੀ ਮੰਨ ਲਓ ਚਲੋ ਜਿਵੇਂ ਤੁਸੀਂ ਕਹਿੰਦੇ ਆ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਤੁਸੀਂ ਮੰਨ ਕੇ ਨਹੀਂ ਰਾਜ਼ੀ। ਕਈ ਲੋਕ ਆ ਜਿਹੜੇ ਜਿਨ੍ਹਾਂ ਦੇ ਐਨਕਾਂ ਲੱਗੀਆਂ ਹੋਈਆਂ ਸੱਤਾਧਾਰੀ ਧਿਰ ਦੀਆਂ, ਚਲੋ ਇਸ ਗੱਲ ਨੂੰ ਵੀ ਪਰੇ ਰੱਖ ਦਿਓ। ਮਹਿੰਗਾਈ ਨੇ ਤਾਂ ਹਰ ਵਰਗ ਦਾ ਕਚੂਮਰ ਕੱਢਿਆ ਹੋਇਆ। ਉਹੀ ਬੀਜੇਪੀ ਦੇ ਨੇਤਾ ਜਿਹੜੇ 2013 ਦੇ ਵਿੱਚ ਰੌਲਾ ਪਾਉਂਦੇ ਸੀ ਕਿ ਕਾਂਗਰਸ ਨੇ ਤਾਂ ਲੁੱਟ ਕਰ ਖਾ ਲਿਆ, ਕਾਂਗਰਸ ने तो गरीब की रसोई पर डाका मार लिया, सिलेंडर आम लोगों की पहुँच से बाहर हो गया, ਉਹਨਾਂ ਲੋਕਾਂ ਨੂੰ ਅੱਜ ਇੱਕ ਸ਼ਬਦ ਵੀ ਆਪਦੇ ਮੂੰਹ ਦੇ ਵਿੱਚੋਂ ਕੱਢਦੇ ਅਸੀਂ ਸੁਣਿਆ ਨਹੀਂ। ਜਿਹੜੇ ਲੋਕ 400 ਰੁਪਏ ਦੇ ਸਿਲੰਡਰ ਦੇ ਉੱਤੇ ਗੱਲ ਕਹਿੰਦੇ ਸੀ ਵੀ ਦੇਸ਼ ਤੋਂ ਲੁੱਟ ਗਿਆ, ਗਰੀਬ ਤੋਂ ਬਰਬਾਦ ਹੋ ਗਿਆ, ਮੱਧ ਵਰਗ ਦਾ ਜਲੂਸ ਨਿਕਲ ਗਿਆ, ਅੱਜ 850 ਰੁਪਇਆ ਸਿਲੰਡਰ ਵਿਕਦਾ ਤੇ ਹਾਲੇ ਤੱਕ ਉਹ ਬੋਲੇ ਨਹੀਂ। ਹੁਣ ਉਹ ਕਹਿੰਦੇ ਵੀ ਦੇਸ਼ ਦੇ ਵਿਕਾਸ ਦੇ ਲਈ ਤੇ ਦੁਸ਼ਮਣਾਂ ਦੇ ਨਾਲ ਟੱਕਰ ਲੈਣ ਦੇ ਲਈ, ਦੁਸ਼ਮਣ ਦੇਸ਼ਾਂ ਨੂੰ ਸਬਕ ਸਿਖਾਉਣ ਦੇ ਲਈ ਇੰਨੀ ਕੁ ਕੁਰਬਾਨੀ ਦੇਣੀ ਪੈਂਦੀ ਹੈ। ਤੇ ਕੁਰਬਾਨੀ ਹੁਣ ਪੰਜਾਬ ਦੇ ਲੋਕ 93 ਰੁਪਏ ਲੀਟਰ ਪੈਟਰੋਲ ਲੈ ਕੇ ਦੇ ਰਹੇ ਆ ਤੇ ਮੱਧ ਪ੍ਰਦੇਸ਼ ਦੇ ਵਿੱਚ
ਵਿੱਚ ਕਈ ਥਾਵਾਂ ਦੇ ਉੱਤੇ 100 ਰੁਪਈਆ ਲੀਟਰ ਪੈਟਰੋਲ ਵਿਕ ਰਿਹਾ, ਗੰਗਾ ਨਗਰ ਦੇ ਵਿੱਚ 102 103 ਰੁਪਈਏ ਲੀਟਰ ਪੈਟਰੋਲ ਵਿਕ ਰਿਹਾ। ਸੋ ਕਹਿਣ ਦਾ ਭਾਵ ਇਹ ਆ ਵੀ ਕੁਰਬਾਨੀ ਆਮ ਲੋਕ ਦੇ ਹੀ ਜਾਂਦੇ ਆ, ਹੁਣ ਤਾਂ ਜਾਨ ਹੀ ਬਾਕੀ ਆ। ਲੋਕਾਂ ਦਾ ਕਹਿਣਾ ਵੀ ਸਾਡੀ ਜਾਨ ਵੀ ਲੈ ਲਓ, ਇਹ ਵੀ ਕੁਰਬਾਨੀ ਦੇ ਵਿੱਚ ਹੀ ਮੰਨ ਲਓ। ਸੋ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਉਹਦਾ ਕਾਰਨ ਇਹ ਹੈ ਵੀ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਆਗੂਆਂ ਨੇ ਐਲਾਨ ਕੀਤਾ, ਉਹ ਕਹਿੰਦੇ ਵੀ ਅਸੀਂ ਹਰ ਉਸ ਸੂਬੇ ਦੇ ਵਿੱਚ ਜਾਵਾਂਗੇ, ਲੋਕਾਂ ਨੂੰ ਲਾਮਬੰਦ ਕਰਾਂਗੇ, ਬੀਜੇਪੀ ਦਾ ਸੱਚ ਬਿਆਨ ਕਰਾਂਗੇ ਵੀ ਤੁਸੀਂ ਭੁਚਲਾਵੇ ਦੇ ਵਿੱਚ ਵਾਰ-ਵਾਰ ਆ ਜਾਂਦੇ ਹੋ। ਬੀਜੇਪੀ ਨੇ ਸਾਡਾ ਯਾਨੀ ਕਿ ਕਿਸਾਨਾਂ ਦਾ ਆਹ ਹਾਲ ਕੀਤਾ ਤੇ ਤੁਹਾਡਾ ਕੀ ਹਾਲ ਕੀਤਾ। ਤੁਸੀਂ ਆਪਦੇ ਪੈਟਰੋਲ ਵਾਲੀ ਟੈਂਕੀ ਨੂੰ ਦੇਖ ਲਓ, ਤੁਸੀਂ ਆਪਦੀ ਗੱਡੀ ਦੇ ਡੀਜ਼ਲ ਵਾਲੀ ਟੈਂਕੀ ਨੂੰ ਦੇਖ ਲਓ, ਉਹਦੇ ਵਿੱਚ ਪਹਿਲਾਂ ਕਿੰਨੇ ਪੈਸੇ ਦਾ ਤੇਲ ਪੈਂਦਾ ਸੀ ਤੇ ਅੱਜ ਕਿੰਨੇ ਪੈਸੇ ਦਾ ਪੈਂਦਾ। ਸੋ ਆਸ ਹੈ ਆਉਂਦੇ ਸਮੇਂ ਦੇ ਵਿੱਚ ਕਾਫੀ ਕੁਝ ਬਦਲੂਗਾ, ਬਾਕੀ ਵਕਤ ਨੇ ਸਾਰਾ ਕੁਝ ਬਿਆਨ ਕਰਨਾ। ਇਸ ਵਕਤ ਦੀਪ ਸਿੱਧੂ ਦੇ ਨਾਂ ਦੇ ਉੱਤੇ ਰਾਜਨੀਤੀ ਕਾਫੀ ਚੱਲ ਰਹੀ ਹੈ। ਦੀਪ ਸਿੱਧੂ ਇਸ ਵਕਤ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ। 14 ਦਿਨ ਦੇ ਲਈ ਉਹਨੂੰ ਇਸ ਵਕਤ ਹਿਰਾਸਤ ਦੇ ਵਿੱਚ ਰੱਖਿਆ ਹੋਇਆ। 7-7 ਦਿਨ 2 ਵਾਰ ਉਹਨੂੰ ਪੁਲਿਸ ਰਿਮਾਂਡ ਦੇ ਉੱਤੇ ਭੇਜਿਆ ਗਿਆ ਸੀ। 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਇਸ ਮਾਮਲੇ ਦੇ ਵਿੱਚ 1 ਲੱਖ ਰੁਪਏ ਦਾ ਉਹਦੇ ਉੱਤੇ ਇਨਾਮ ਵੀ ਰੱਖਿਆ ਸੀ। ਲੱਖਾ ਸਿਧਾਣਾ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪਰ ਜਿਹੜੀ ਖਬਰ ਵਿਚਾਲੇ ਆ ਰਹੀ ਹੈ ਵੀ ਅਕਾਲੀ ਦਲ ਦੇ ਆਗੂ ਆਪਸ ਦੇ ਵਿੱਚ ਸਹਿਮਤ ਨਹੀਂ ਹੈਗੇ। ਜੇ ਤਾਂ ਗੱਲ ਕਰਦੇ ਮਨਜਿੰਦਰ ਸਿੰਘ ਸਿਰਸਾ ਦੀ, ਉਹ ਇਹ ਗੱਲ ਕਹਿੰਦੇ ਆ ਕਿ ਦੀਪ ਸਿੱਧੂ ਦੀ ਅਸੀਂ ਮਦਦ ਕਰਾਂਗੇ, ਠੋਕ ਵਜਾ ਕੇ ਮਦਦ ਕਰਾਂਗੇ, ਕਿਉਂਕਿ ਦੀਪ ਸਿੱਧੂ ਜਾਂ ਜਿਹੜਾ ਵੀ ਕੋਈ ਹੋਰ ਨੌਜਵਾਨ 26 ਤਰੀਕ ਦੇ ਮੱਦੇਨਜ਼ਰ ਕਿਸੇ ਵੀ ਉਲਝੇਵੇਂ 'ਚ ਫਸਿਆ, ਉਹਦੀ ਮਦਦ ਕਰਨਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲ ਪਲੱਕੜਾ ਕੰਮ ਹੈ। ਮਨਜਿੰਦਰ ਸਿੰਘ ਸਿਰਸਾ ਨੇ ਇੱਕ ਵਾਰ ਨਹੀਂ ਸਗੋਂ ਕਈ ਵਾਰ ਇਹ ਗੱਲ ਕਹੀ ਹੈ ਕਿ ਅਸੀਂ ਦੀਪ ਸਿੱਧੂ ਦੇ ਲਈ ਲੀਗਲ ਟੀਮ ਵੀ ਤਿਆਰ ਕੀਤੀ ਹੈ, ਅਸੀਂ ਉਹਨੂੰ ਬਰੀ ਵੀ ਕਰਾਵਾਂਗੇ, ਅਸੀਂ ਉਹਦੀ ਜ਼ਮਾਨਤ ਵੀ ਕਰਾਵਾਂਗੇ, ਜਿੰਨੀ ਵੀ ਲੋੜ ਪਈ ਉਹਨੂੰ ਉਹਦੇ ਨਾਲ ਧਿਰ ਬਣ ਕੇ ਖੜੇ ਹਾਂ, ਕਿਉਂਕਿ ਅਸੀਂ ਉਹਦੇ ਹੱਕ ਦੇ ਵਿੱਚ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ ਇਹ ਸਾਰਾ ਕੁਝ ਬਿਆਨ ਦੇ ਰੂਪ ਦੇ ਵਿੱਚ ਸਹੀ ਹੈ। ਮਨਜੀਤ ਸਿੰਘ ਜੀਕੇ ਨੇ ਇਹ ਗੱਲ ਕਹੀ ਹੈ ਕਿ ਸਿਰਸਾ ਹੋਰਾਂ ਦੇ ਵੱਲੋਂ ਸ਼ਰਾਰਤਾਂ ਕੀਤੀਆਂ ਜਾ ਰਹੀਆਂ। ਦੂਜੇ ਪਾਸੇ ਪੰਜਾਬ ਦੇ ਕਈ ਬੀਜੇਪੀ ਦੇ ਨੇਤਾ ਇਹੋ ਜਿਹੇ ਆ, ਉਹ ਕਹਿੰਦੇ ਜੀ ਕਿ ਇਸ ਵਕਤ ਜਦੋਂ ਦੀਪ ਸਿੱਧੂ ਦੇ ਉੱਤੇ ਦੋਸ਼ਾਂ ਦੀ ਵਾਛੜ ਹੋਈ ਹੈ, ਉਹਨੇ ਜੀ ਜਿਸ ਤਰੀਕੇ ਨਾਲ ਲੋਕਾਂ ਨੂੰ ਭੜਕਾਇਆ, ਲੋਕਾਂ ਨੂੰ ਗੁੰਮਰਾਹ ਕੀਤਾ, ਜਿਸ ਤਰੀਕੇ ਨਾਲ ਮਾਹੌਲ ਵਿਗਾੜਿਆ, ਉਹਨਾਂ ਦੇ ਕਹਿਣ ਦੇ ਮੁਤਾਬਕ ਤਾਂ ਫਿਰ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਭਾਵੇਂ ਦਿੱਲੀ ਨਾਲ ਸੰਬੰਧਿਤ ਆ, ਭਾਵੇਂ ਉਹ ਕਿਸੇ ਨਾਲ ਵੀ ਸੰਬੰਧਿਤ ਆ, ਕਿਸੇ ਸੂਬੇ ਨਾਲ, ਉਹਦੇ ਵੱਲੋਂ ਇਹੋ ਜਿਹੇ ਬਿਆਨ ਕਿਉਂ ਦਿੱਤੇ ਜਾ ਰਹੇ ਆ ਕਿ ਤੁਸੀਂ ਇੱਕ ਬੰਦਾ ਜਿਹੜਾ ਕਿ ਮੁਲਜ਼ਮ ਆ ਉਹਦੇ ਉੱਤੇ ਯਕੀਨ ਕਰਦੇ ਹੋ, ਇੱਕ ਮੁਲਜ਼ਮ ਦੀ ਮਦਦ ਕਰਨੀ ਚਾਹੁੰਦੇ ਹੋ। ਜੇ ਅਸੀਂ ਗੱਲ ਕਰਦੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ, ਉਹਨਾਂ ਨੇ ਕਿਹਾ ਜੀ ਕਿ 26 ਤਰੀਕ ਦੇ ਮੱਦੇਨਜ਼ਰ ਜਿਹੜੇ ਵੀ ਨੌਜਵਾਨਾਂ ਨੂੰ ਕਾਨੂੰਨੀ ਪੰਜੇ ਦੇ ਵਿੱਚ ਫਸਾਇਆ ਗਿਆ ਜਾਣਬੁੱਝ ਕੇ, ਉਹਨਾਂ ਸਾਰਿਆਂ ਦੀ ਮਦਦ ਵਾਸਤੇ ਅਕਾਲੀ ਦਲ ਤਿਆਰ ਬਰ ਤਿਆਰ ਹੈ। ਪਰ ਦੀਪ ਸਿੱਧੂ ਦੇ ਮਾਮਲੇ ਦੇ ਉੱਤੇ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਉਹਦਾ ਸਬੰਧ ਆ ਜਿਹੜਾ ਉਹ ਭਾਜਪਾ ਦੇ ਨਾਲ ਜੁੜਿਆ ਹੋਇਆ, ਉਹ ਏਜੰਟ ਦੇ ਤੌਰ ਦੇ ਉੱਤੇ ਵੀ ਵਿਚਰਦਾ ਰਿਹਾ ਤੇ ਉਹਦੇ ਉੱਤੇ ਦੋਸ਼ ਲੱਗੇ ਆ ਵੀ ਉਹਨੇ ਕਿਸ ਤਰੀਕੇ ਨਾਲ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ। ਸੋ ਅਕਾਲੀ ਦਲ ਦੀ ਹੀ ਮਨਜਿੰਦਰ ਸਿੰਘ ਸਿਰਸਾ ਦੀਪ ਸਿੱਧੂ ਦੇ ਹੱਕ ਦੇ ਵਿੱਚ ਹੈ। ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਸੀਨੀਅਰ ਆਗੂ ਹੈ, ਮਜੀਠਾ ਖੇਤਰ ਤੋਂ ਵਿਧਾਇਕ ਆ, ਪੰਜਾਬ ਦੇ ਸਾਬਕਾ ਬਲ ਮੰਤਰੀ ਹੈ, ਉਹ ਦੀਪ ਸਿੱਧੂ ਦੇ ਹੱਕ ਦੇ ਵਿੱਚ ਨਹੀਂ ਹੈ। ਤੇ ਹੁਣ ਇਹਦੇ ਵਿੱਚ ਐਂਟਰੀ ਕਰ ਲਈ ਆ ਮਨਜੀਤ ਸਿੰਘ ਜੀਕੇ ਨੇ। ਜੀਕੇ ਹੋਰਾਂ ਨੇ ਕਿਹੜੀਆਂ ਗੱਲਾਂ ਕਹੀਆਂ, ਪਹਿਲਾਂ ਇਹਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਦੀਪ ਸਿੱਧੂ ਤੇ ਕਿਸਾਨੀ ਮਸਲਿਆਂ ਦੇ ਉੱਤੇ ਮਨਜੀਤ ਸਿੰਘ ਜੀਕੇ ਦੇ ਵੱਲੋਂ ਖੁੱਲ੍ਹੇ ਤੇ ਬੇਬਾਕ ਵਿਚਾਰ ਪੇਸ਼ ਕੀਤੇ ਗਏ ਨੇ। ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਜੋ ਹੋਇਆ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਵੀ ਸਾੜਿਆ ਗਿਆ ਸੀ, ਜਿਹਦੀ ਵੀਡੀਓ ਆਈ ਸੀ ਉਸ ਦੀ FIR ਮੈਂ ਤੇ ਸਾਡੀ ਜਾਗੋ ਟੀਮ ਨੇ ਕਰਵਾਈ ਸੀ। ਕੰਗਣਾ ਰਣੌਤ ਦੇ ਟਵੀਟ ਜਾਗੋ ਪਾਰਟੀ ਦੇ ਵੱਲੋਂ ਬੰਦ ਕਰਵਾਏ ਗਏ। ਜਦੋਂ ਇਹ ਗੱਲ ਪੁੱਛੀ ਗਈ ਕਿ ਤੁਸੀਂ ਭਾਜਪਾ ਦੇ ਡਰੋਂ ਖੇਤੀ ਕਾਨੂੰਨ ਦੇ ਖਿਲਾਫ ਨਹੀਂ ਬੋਲ ਰਹੇ, ਤਾਂ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਇਹਨਾਂ 3 ਮਹੀਨਿਆਂ ਵਿੱਚ ਕਿਸਾਨਾਂ ਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਪਈ ਹੈ, ਭਾਵੇਂ ਉਹ ਰਹਿਣ ਦੇ ਲਈ ਟਿਕਾਣਿਆਂ ਦੀ ਹੋਵੇ, ਭਾਵੇਂ ਉਹ ਖਾਣ ਪੀਣ ਦੀ ਹੋਵੇ, ਭਾਵੇਂ ਉਹ ਲੀੜੇ ਲੱਤੇ ਦੀ ਹੋਵੇ, ਸਾਡੀ ਟੀਮ ਦੇ ਵੱਲੋਂ ਸਭ ਦੀ ਦਿਲੀ ਤੌਰ ਦੇ ਉੱਤੇ ਮਦਦ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਸੋਸ਼ਲ ਮੀਡੀਆ ਖਾਤਿਆਂ ਨੂੰ ਦੇਖ ਸਕਦੇ ਹੋ ਕਿ ਕਿਵੇਂ ਅਸੀਂ ਕਿਹਦੀ ਮਦਦ ਕੀਤੀ ਹੈ। ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਕਿ ਦੀਪ ਸਿੱਧੂ ਬਾਰੇ ਤੁਸੀਂ ਕੀ ਸੋਚਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਖੁਦ ਨੂੰ ਸਿੱਧੂ ਤੋਂ ਵੱਖ ਕਰ ਦਿੱਤਾ ਹੈ। ਅਖਬਾਰਾਂ ਦੇ ਵਿੱਚ ਆਇਆ ਸੀ ਕਿ ਦੀਪ ਸਿੱਧੂ ਭਾਜਪਾ ਦਾ ਏਜੰਟ ਹੈ। ਹੁਣ ਸਿਰਸਾ ਕਹਿੰਦੇ ਨੇ ਕਿ ਉਹ ਦੀਪ ਸਿੱਧੂ ਦੀ ਮਦਦ ਕਰਨਗੇ, ਬਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਕਿ ਉਹ ਸਰਕਾਰ ਦਾ ਏਜੰਟ ਹੈ। ਸਾਡਾ ਤੇ ਅਕਾਲੀ ਦਲ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਿਰਸਾ ਦੇ ਬਿਆਨ ਇਸ ਕਰਕੇ ਆ ਰਹੇ ਨੇ ਕਿਉਂਕਿ ਗੁਰਦੁਆਰਾ ਕਮੇਟੀ ਦੇ ਸਟਾਫ ਦੀਆਂ ਸਕੂਲਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਗੁਰਦੁਆਰਾ ਕਮੇਟੀ ਦਾ ਜਿਹੜਾ PF ਜਮ੍ਹਾਂ ਹੁੰਦਾ ਹੈ ਉਹ ਪਿਛਲੇ 6 ਤੋਂ 8 ਮਹੀਨੇ ਤੋਂ ਜਮ੍ਹਾਂ ਨਹੀਂ ਕਰਵਾਇਆ ਗਿਆ। ਉਹਨਾਂ ਨੇ ਕਿਹਾ ਕਿ ਮੈਂ ਸਕੂਲਾਂ ਦੇ ਵਿੱਚ 22,500 ਬੱਚੇ ਛੱਡ ਕੇ ਆਇਆ ਸੀ, ਉੱਥੇ ਅੱਜ 17,500 ਬੱਚੇ ਰਹਿ ਗਏ ਨੇ। ਇਹਦਾ ਜਵਾਬ ਕਿਸੇ ਕੋਲ ਵੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ 6,000 ਬੱਚਿਆਂ ਦੇ ਉੱਤੇ ਪੁਲਿਸ ਰਿਕਾਰਡ ਹੈ, ਪੁਲਿਸ ਉਹਨਾਂ ਨੂੰ ਚੁੱਕ ਰਹੀ ਹੈ। ਜੇਕਰ ਉਹਨਾਂ ਨੂੰ ਬੱਚਿਆਂ ਦੇ ਫੋਨ ਦੇ ਵਿੱਚ ਕੋਈ ਗਲਤ ਮੈਸੇਜ ਭੇਜਦਾ
ਤਾਂ 307 ਤੋਂ ਲੈ ਕੇ ਸਾਰੇ ਕੇਸ ਉਹਨਾਂ ਦੇ ਉੱਤੇ ਪਾਏ ਜਾ ਰਹੇ ਨੇ। ਸਿਰਸਾ ਟੀਵੀ ਦੇ ਉੱਤੇ ਆ ਕੇ ਕਹਿੰਦੇ ਨੇ ਕਿ ਮੈਂ 15 ਜ਼ਮਾਨਤਾਂ ਕਰਵਾ ਦਿੱਤੀਆਂ, ਉਹਨਾਂ ਨੂੰ ਸਿਰਸਾ ਨੇ ਹੀ ਭੜਕਾਇਆ ਸੀ। 10 ਸਾਲ ਤੱਕ ਬੱਚੇ ਦੇ ਉੱਤੇ 307 ਦਾ ਕੇਸ ਚੱਲੇਗਾ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਹਿੰਸਾ ਭੜਕਾਉਣ ਦੇ ਲਈ ਕੀ ਤੁਸੀਂ ਸਿਰਫ ਤੇ ਸਿਰਫ ਸਿਰਸਾ ਨੂੰ ਜ਼ਿੰਮੇਵਾਰ ਮੰਨਦੇ ਹੋ, ਤਾਂ ਜੀਕੇ ਨੇ ਕਿਹਾ ਮੈਂ ਅਕਾਲੀ ਦਲ ਨੂੰ ਜ਼ਿੰਮੇਵਾਰ ਮੰਨਦਾ ਹਾਂ, ਸਿਰਸਾ ਤਾਂ ਉਹਨਾਂ ਦਾ ਪਿਆਦਾ ਹੈ ਤੇ ਉਹ ਪਿਆਦੇ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ। ਉਹਨਾਂ ਨੇ ਕਿਹਾ ਕਿ ਜਾਗੋ ਪਾਰਟੀ ਦੇ ਵੱਲੋਂ ਪਹਿਲਾਂ ਵੀ ਕਿਸਾਨੀ ਦੇ ਹਿੱਤ ਦੇ ਵਿੱਚ ਬਹੁਤ ਕੰਮ ਕੀਤੇ ਗਏ ਨੇ, ਹੁਣ ਵੀ ਕੀਤੇ ਜਾ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਇਹ ਕਹਿਣੀ ਬਣਦੀ ਹੈ ਕਿ ਦੀਪ ਸਿੱਧੂ ਜੇਲ੍ਹ ਦੇ ਵਿੱਚ ਹੈ, ਪਰ ਇਸ ਵਕਤ ਵੀ ਉਹਦੇ ਨਾਂ ਦੇ ਉੱਤੇ, ਉਹਦੇ ਮਸਲੇ ਦੇ ਉੱਤੇ ਵਿਵਾਦ ਪੈਦਾ ਹੋਇਆ। ਰਾਜਨੀਤਿਕ ਪਾਰਟੀਆਂ ਹਰ ਮਸਲੇ ਦੇ ਉੱਤੇ ਆਪੋ ਆਪਣੇ ਵਿਚਾਰ ਪੇਸ਼ ਕਰ ਰਹੀਆਂ। ਚਲੋ ਮਨਜੀਤ ਸਿੰਘ ਜੀਕੇ ਤਾਂ ਅਕਾਲੀ ਦਲ ਦੇ ਵਿੱਚੋਂ ਬਾਹਰ ਆ, ਜਾਗੋ ਪਾਰਟੀ ਦੇ ਆਗੂ ਆ, ਪਰ ਜਦੋਂ ਹੁਣ ਅਕਾਲੀ ਦਲ ਦੇ ਦੋ ਵੱਡੇ ਨੇਤਾ ਆਪਸ ਦੇ ਵਿੱਚ ਸਹਿਮਤ ਨਹੀਂ ਇੱਕੋ ਗੱਲ ਦੇ ਉੱਤੇ, ਤਾਂ ਇਹਦੇ ਉੱਤੇ ਸਵਾਲ ਪੈਦਾ ਹੋਣੇ ਕੁਦਰਤੀ ਹੈ। ਤੇ ਜਦੋਂ ਹੁਣ ਆਮ ਲੋਕਾਂ ਦੇ ਮਨਾਂ ਵਿੱਚ ਸਵਾਲ ਪੈਦਾ ਹੋਏ ਆ ਤਾਂ ਬੀਜੇਪੀ ਦੇ ਵੱਲੋਂ ਸਵਾਲ ਖੜਾ ਕੀਤਾ ਜਾਣਾ ਵੈਸੇ ਹੀ ਕੁਦਰਤੀ ਹੈ, ਕਿਉਂਕਿ ਉਹ ਤਾਂ ਇਹ ਗੱਲ ਕਹਿੰਦੇ ਆ ਵੀ ਅਕਾਲੀ ਦਲ ਦਾ ਇੱਕ ਨੇਤਾ ਜੇਕਰ ਦੀਪ ਸਿੱਧੂ ਦੇ ਹੱਕ ਦੇ ਵਿੱਚ ਹੈ, ਇਹਦਾ ਮਤਲਬ ਇਹ ਆ ਕਿ ਇਹ ਅਕਾਲੀ ਦਲ ਦੇ ਨੇਤਾ ਵੀ ਮਾਹੌਲ ਖਰਾਬ ਕਰਨ ਵਾਲਿਆਂ ਦੇ ਪੱਖ ਦੇ ਵਿੱਚ ਭੁਗਤਦੇ ਆ। ਬੀਜੇਪੀ ਦੀ ਤੇ ਅਕਾਲੀ ਦਲ ਦੀ ਕਿਸੇ ਵੇਲੇ ਬਣਦੀ ਕਿੰਨੀ ਸੀ ਤੇ ਹੁਣ ਦੂਰੀ ਕਿੰਨੀ ਆ। ਇੱਕ ਆਪਾਂ ਹੋਰ ਗੱਲ ਸਾਂਝੀ ਕਰਦੇ ਹਾਂ ਕਿ ਇਸ ਵਕਤ ਅਕਾਲੀ ਦਲ ਦੀ ਪੂਰੀ ਇੱਛਾ ਹੈਗੀ ਹੈ ਕਿ ਬਸਪਾ ਨੂੰ ਪੰਜਾਬ ਦੇ ਵਿੱਚ ਆਪਣੇ ਨਾਲ ਜੋੜ ਲਿਆ ਜਾਵੇ। ਭਰੋਸੇਯੋਗ ਸੂਤਰ ਇਹ ਗੱਲ ਦੱਸਦੇ ਆ ਕਿ ਸੁਖਬੀਰ ਸਿੰਘ ਬਾਦਲ ਤੇ ਮਾਇਆਵਤੀ ਦੋਵਾਂ ਜਣਿਆਂ ਦੀ ਇੱਕ ਮੀਟਿੰਗ ਹੋ ਚੁੱਕੀ ਹੈ ਤੇ ਆਉਂਦੇ ਸਮੇਂ ਦੇ ਵਿੱਚ ਕੁਝ ਹੋਰ ਮੀਟਿੰਗਾਂ ਹੋ ਕੇ ਤੇ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਦਾ ਬਸਪਾ ਦੇ ਨਾਲ ਗੱਠਜੋੜ ਸੰਭਵ ਹੈ। ਇਸ ਗੱਲ ਦੇ ਉੱਤੇ ਵੀ ਹੁਣ ਭਾਜਪਾ ਦੀ ਨਿਗਾਹ ਟਿਕੀ ਹੋਈ ਹੈ। ਭਾਜਪਾ ਦੀ ਇੱਛਾ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਗੱਠਜੋੜ ਨੂੰ ਸਿਰੇ ਨਾ ਲੱਗਣ ਦਿੱਤਾ ਜਾਵੇ ਤੇ ਭਰੋਸੇਯੋਗ ਸੂਤਰ ਇਹ ਗੱਲ ਦੱਸਦੇ ਆ ਕਿ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਕਿਸੇ ਵੀ ਧਿਰ ਦੀਆਂ ਮੁਸੀਬਤਾਂ ਦੇ ਵਿੱਚ ਵਾਧਾ ਹੋਵੇ ਤਾਂ ਜੋ ਇਹ ਗੱਠਜੋੜ ਸਿਰੇ ਨਾ ਲੱਗੇ, ਕਿਉਂਕਿ ਜੇਕਰ ਇਹ ਗੱਠਜੋੜ ਸਿਰੇ ਲੱਗ ਜਾਂਦਾ ਅਕਾਲੀ ਦਲ ਤੇ ਬਸਪਾ ਦਾ ਤਾਂ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਦੀਆਂ ਪੰਜਾਬ ਦੇ ਅੰਦਰ ਸਮੱਸਿਆਵਾਂ ਦੇ ਵਿੱਚ ਹੋਰ ਵਾਧਾ ਹੋਣਾ ਕੁਦਰਤੀ ਹੈ। ਭਾਰਤ ਦੇ ਵਿੱਚ ਇਸ ਗੱਲ ਦੀ ਹੁਣ ਧਾਰਨਾ ਬਣ ਚੁੱਕੀ ਹੈ ਕਿ ਹਰ ਚੀਜ਼ ਨੂੰ ਆਪਣੇ ਪ੍ਰਸੰਗ ਦੇ ਵਿੱਚ ਕਿਵੇਂ ਵਰਤਣਾ। ਹੁਣ ਤਾਂ ਕਰੋਨਾ ਨੂੰ ਵੀ ਆਪਦੇ ਪ੍ਰਸੰਗ ਦੇ ਵਿੱਚ ਵਰਤਿਆ ਜਾ ਰਿਹਾ। ਉਹ ਕਿਵੇਂ? ਕਿਉਂਕਿ ਉੱਦਾਂ ਭਾਰਤ ਦੇ ਵਿੱਚ ਕਰੋਨਾ ਬਹੁਤ ਹੈ, ਇੱਕ ਤੋਂ ਦੂਜੇ ਬੰਦੇ ਤੱਕ 2 ਮੀਟਰ ਦੀ ਦੂਰੀ ਰਹਿਣੀ ਚਾਹੀਦੀ ਹੈ, ਮਾਸਕ ਪਹਿਨੇ ਤੋਂ ਬਿਨਾਂ ਬਾਹਰ ਨਹੀਂ ਨਿਕਲਣਾ ਚਾਹੀਦਾ, ਦੂਰੀ ਬਣਾਉਣ ਦੇ ਨਾਲ ਸੈਨੇਟਾਈਜ਼ ਹੱਥ ਵਾਰ-ਵਾਰ ਕਰਨੇ ਚਾਹੀਦੇ ਆ, ਹੱਥ ਵਾਰ-ਵਾਰ ਧੋਣੇ ਚਾਹੀਦੇ ਆ, ਬੁਖਾਰ ਚੈੱਕ ਕਰਾਉਂਦੇ ਰਹਿਣਾ ਚਾਹੀਦਾ। ਸਾਰੀਆਂ ਗੱਲਾਂ ਦੇ ਨਾਲ ਅਸੀਂ ਸਹਿਮਤ ਆ ਵੀ ਇੱਦਾਂ ਹੋਣਾ ਚਾਹੀਦਾ। ਪਰ ਲੱਗਦਾ ਇਉਂ ਆ ਵੀ ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਉਹਨਾਂ ਥਾਵਾਂ ਦੇ ਉੱਤੇ ਕਰੋਨਾ ਆਪਣੇ ਆਪ ਹੀ ਹੜਤਾਲ ਤੇ ਚਲਾ ਜਾਂਦਾ। ਉਹਨਾਂ ਥਾਵਾਂ ਦਾ ਵਾਕਆਊਟ ਕਰ ਦਿੰਦਾ ਵੀ ਭਾਈ ਮੈਂ ਹੁਣ ਇੱਧਰਲੀਆਂ ਗਲੀਆਂ ਦੇ ਵਿੱਚ ਨਹੀਂ ਆਉਣਾ। ਪੱਛਮੀ ਬੰਗਾਲ ਦੇ ਵਿੱਚ ਭਾਜਪਾ ਨੇ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ 20 ਦੇ ਕਰੀਬ ਰੈਲੀਆਂ ਕਰਨੀਆਂ। ਪਹਿਲੀ ਰੈਲੀ ਦੇ ਵਿੱਚ 10 ਲੱਖ ਦੇ ਕਰੀਬ ਲੋਕਾਂ ਦਾ ਇਕੱਠ ਕਰਨ ਦਾ ਪ੍ਰਬੰਧ ਕੀਤਾ ਗਿਆ ਤੇ ਉੱਥੇ 10 ਲੱਖ ਬੰਦੇ ਹੁਣ 2-2 ਮੀਟਰ ਦੀ ਦੂਰੀ ਦੇ ਉੱਤੇ ਤਾਂ ਬੈਠੇ ਨਹੀਂ ਹੋਣਗੇ। ਕੁਦਰਤੀ ਆ ਕਿ ਗੋਡੇ ਨਾਲ ਗੋਡਾ ਤੇ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਹੋਣਗੇ। ਉੱਥੇ ਬਿਲਕੁਲ ਕਰੋਨਾ ਨੇ ਨਹੀਂ ਆਉਣਾ। ਜਿੱਥੇ ਅਸਾਮ ਦੇ ਵਿੱਚ ਰੈਲੀਆਂ ਹੋਣੀਆਂ ਉੱਥੇ ਕਰੋਨਾ ਨੇ ਬਿਲਕੁਲ ਨਹੀਂ ਆਉਣਾ। ਕਰੋਨਾ ਉਹਨਾਂ ਥਾਵਾਂ ਦੇ ਉੱਤੇ ਜਾਂਦਾ ਜਿੱਥੇ ਕਿ ਇਸ ਵਕਤ ਚੋਣਾਂ ਨਹੀਂ, ਯਾਨੀ ਕਿ ਜਿਹੜੇ ਸੂਬਿਆਂ ਦੇ ਵਿੱਚ ਇਸ ਵਕਤ ਚੋਣਾਂ ਨਹੀਂ ਉੱਥੇ ਕਰੋਨਾ ਹੈ। ਤੇ ਜਦੋਂ 2 ਮਈ ਨੂੰ ਨਤੀਜੇ ਆ ਗਏ 5 ਸੂਬਿਆਂ ਦੇ ਤੇ ਫਿਰ ਉਸ ਤੋਂ ਬਾਅਦ ਹੋ ਸਕਦਾ ਉਧਰਲੇ ਪਾਸੇ ਵੀ ਜਾਵੇ ਕਰੋਨਾ। ਮਤਲਬ ਇਹ ਆ ਵੀ ਕਰੋਨਾ ਦੇ ਉੱਤੇ ਬੇਭਰੋਸਗੀ ਸਰਕਾਰਾਂ ਦੀਆਂ ਇਹਨਾਂ ਗੱਲਾਂ ਕਰਕੇ ਪੈਦਾ ਹੋਈ ਹੈ ਵੀ ਕਰੋਨਾ ਨੂੰ ਵੀ ਆਪਾਂ ਗਿੱਚਗੋਂ ਫੜੀ ਫਿਰਦੇ ਆ, ਉਧਰ ਛੱਡ ਦੇਣਾ, ਹੁਣ ਉਧਰੋਂ ਚੱਕ ਲਿਆਉਣਾ, ਇੱਧਰ ਖਤਮ ਹੋ ਗਿਆ, ਇੱਧਰ ਸ਼ੁਰੂ ਹੋ ਗਿਆ। ਇੱਦਾਂ ਦੀਆਂ ਗੱਲਾਂ ਨੇ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਕੀਤੇ ਆ। ਪਰ ਲੰਘੇ ਕੱਲ ਇਨਕਮ ਟੈਕਸ ਵਿਭਾਗ ਦੇ ਵੱਲੋਂ 4 ਬਾਲੀਵੁੱਡ ਕਲਾਕਾਰਾਂ ਦੇ ਘਰਾਂ ਤੇ ਹੋਰ ਕਾਰੋਬਾਰੀ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਉਹਦੇ ਵਿੱਚ ਇੱਕ ਤਾਪਸੀ ਪੰਨੂ ਆ, ਦੂਜੇ ਅਨੁਰਾਗ ਕਸ਼ਪ ਤੇ ਕਈ ਹੋਰ ਵੀ ਹੈਗੇ ਆ। ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਹੁਣ ਸਵਾਲ ਵੀ ਉੱਠੇ ਆ, ਕਿਉਂਕਿ ਬਾਲੀਵੁੱਡ ਦੇ ਹੀ ਕਈ ਕਲਾਕਾਰਾਂ ਨੇ, ਕੁਝ ਰਾਜਨੀਤਿਕ ਲੋਕਾਂ ਨੇ ਗੱਲ ਕਹੀ ਹੈ ਵੀ ਅਨੁਰਾਗ ਕਸ਼ਪ ਦੇ ਵੱਲੋਂ ਤੇ ਤਾਪਸੀ ਪੰਨੂ ਦੇ ਵੱਲੋਂ ਸਮੇਂ-ਸਮੇਂ ਤੇ ਕੇਂਦਰ ਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਗਈ ਹੈ ਤੇ ਉਹਨਾਂ ਨੂੰ ਸਿਲੇ ਦੇ ਰੂਪ ਦੇ ਵਿੱਚ ਹੁਣ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਮਿਲੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਆਮਦਨ ਕਰ ਵਿਭਾਗ ਨੇ ਬਾਲੀਵੁੱਡ ਦੇ ਡਾਇਰੈਕਟਰ ਅਨੁਰਾਗ ਕਸ਼ਪ, ਐਕਟਰੈਸ ਤਾਪਸੀ ਪੰਨੂ, ਮਧੂ ਮੰਟੇਨਾ ਤੇ ਬਹਿਲ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਹੈ। ਇਨਕਮ ਟੈਕਸ ਅਧਿਕਾਰੀ ਮਧੂ ਮੰਟੇਨਾ ਦੀ ਪ੍ਰਤਿਭਾ ਪ੍ਰਬੰਧਨ ਕੰਪਨੀ ਕਵਾਨ ਦੇ ਦਫ਼ਤਰ ਦੇ ਵਿੱਚ ਵੀ ਪਹੁੰਚੇ ਨੇ। ਇਨਕਮ ਟੈਕਸ ਵਿਭਾਗ ਦੇ ਸੂਤਰ ਦੱਸਦੇ ਨੇ ਕਿ ਇਹ ਛਾਪਾ ਫੈਂਟਮ ਫਿਲਮਾਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਉੱਤੇ ਟੈਕਸ ਚੋਰੀ ਦੇ ਮਾਮਲੇ ਵਿੱਚ ਕੀਤਾ ਗਿਆ। ਇਹਦੇ ਵਿੱਚ ਅਨੁਰਾਗ ਕਸ਼ਪ, ਤਾਪਸੀ ਪੰਨੂ, ਵਿਕਾਸ ਬਹਿਲ ਤੇ ਕਈ ਹੋਰ ਨਾਂ ਸ਼ਾਮਲ ਨੇ। ਫੈਂਟਮ ਫਿਲਮਾਂ ਦੇ ਉੱਤੇ ਟੈਕਸ ਚੋਰੀ ਸੰਬੰਧੀ ਕਈ ਹੋਰ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਇਹਦੇ ਨਾਲ ਹੀ ਹੁਣ ਕਾਂਗਰਸ ਦੇ ਨੇਤਾ ਤੇ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਅਸ਼ੋਕ ਚੌਹਾਨ ਨੇ ਅਨੁਰਾਗ ਕਸ਼ਪ ਤੇ ਤਾਪਸੀ ਪੰਨੂ ਦੇ ਖਿਲਾਫ ਆਮਦਨ ਟੈਕਸ ਦੀ ਰੇਡ ਨੂੰ ਮੋਦੀ ਸਰਕਾਰ ਦਾ ਬਦਲਾ ਲੈਣ ਦੀ ਕਾਰਵਾਈ ਕਰਾਰ ਦਿੱਤਾ ਹੈ। ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕੀਤਾ ਹੈ
ਕਿ ਉਮੀਦ ਕੀਤੀ ਜਾਂਦੀ ਹੈ ਕਿ ਸਾਡੇ ਦੇਸ਼ ਦਾ ਆਮਦਨ ਕਰ ਵਿਭਾਗ ਜਲਦ ਹੀ ਬੰਧਕ ਗੁਲਾਮੀ ਦੀ ਸਥਿਤੀ ਤੋਂ ਬਾਹਰ ਆ ਜਾਵੇਗਾ। ਇਹੀ ਉਮੀਦ ਈਡੀ ਤੇ ਸੀਬੀਆਈ ਦੇ ਲਈ ਵੀ ਹੈ। ਇਹਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਅਨੁਰਾਗ ਕਸ਼ਪ ਤੇ ਤਾਪਸੀ ਪੰਨੂ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੋਲ ਰਹੇ ਸੀ। ਇਹਦੇ ਕਰਕੇ ਸਰਕਾਰ ਵੱਲੋਂ ਦਬਾਉਣ ਦੇ ਲਈ ਈਡੀ ਦੀ ਇਹ ਕਾਰਵਾਈ ਕੀਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਹੁਣ ਇਨਕਮ ਟੈਕਸ ਵਿਭਾਗ ਦੀ ਰੇਡ ਪਈ ਹੈ, ਜੇ ਤਾਂ ਰੂਟੀਨ ਦੇ ਵਿੱਚ ਜੇਕਰ ਜਿਵੇਂ ਆਮ ਪੈਂਦੀ ਹੈ ਰੇਡ ਉਸ ਤਰੀਕੇ ਦੇ ਹੋਵੇ ਫਿਰ ਤਾਂ ਗੱਲ ਮੰਨੀ, ਪਰ ਜਦੋਂ ਕੋਈ ਵੀ ਵਿਅਕਤੀ ਇਸ ਵਕਤ ਬੋਲ ਰਿਹਾ ਹੋਵੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ, ਉਹਦੇ ਘਰ ਦੇ ਵਿੱਚ ਜਾ ਕੇ ਛਾਪਾ ਪਵੇ ਤਾਂ ਸਵਾਲ ਪੈਦਾ ਹੋਣੇ ਕੁਦਰਤੀ ਹੈ। ਇਸ ਵਕਤ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ, ਕਿਉਂਕਿ ਜੇਕਰ ਕੰਗਣਾ ਰਣੌਤ ਕੁਝ ਵੀ ਕਹਿੰਦੀ ਹੈ, ਉਹ ਭਾਵੇਂ ਕਿਸੇ ਨੂੰ ਅੱਤਵਾਦੀ ਕਵੇ, ਭਾਵੇਂ ਕਿਸੇ ਨੂੰ ਗੰਦਾ ਮੰਦਾ ਬੋਲੇ, ਭਾਵੇਂ ਜੋ ਮਰਜ਼ੀ ਬਕਵਾਸਬਾਜ਼ੀ ਕਰੇ, ਉਹਦੇ ਉੱਤੇ ਕੋਈ ਕਾਰਵਾਈ ਨਹੀਂ, ਕੋਈ ਏਜੰਸੀ, ਕੋਈ ਸਰਕਾਰ, ਕੋਈ ਨੇਤਾ ਨਹੀਂ ਬੋਲਦਾ। ਪਰ ਜੇਕਰ ਕੋਈ ਇਸ ਵਕਤ ਸਰਕਾਰ ਦੀ ਨੀਤੀ ਦੇ ਉੱਤੇ ਟਿੱਪਣੀ ਕਰ ਦੇਵੇ ਤਾਂ ਉਹਦੇ ਖਿਲਾਫ ਕਾਰਵਾਈ ਵਾਸਤੇ ਤਿਆਰ ਬਰ ਤਿਆਰ ਰਹਿਣਾ ਪੈਂਦਾ, ਕਿਉਂਕਿ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ। ਸੋ ਇਸ ਵਕਤ ਭਾਰਤ ਦੇ ਵਿੱਚ ਬੋਲਣ ਦੀ ਆਜ਼ਾਦੀ ਦੇ ਉੱਤੇ ਸਵਾਲ ਖੜੇ ਹੋ ਰਹੇ ਆ। ਇਹ ਗੱਲ ਵਿਰੋਧੀ ਧਿਰਾਂ ਵੀ ਕਹਿਣੀਆਂ। ਇੱਕ ਗੱਲ ਹੋਰ ਦੱਸਦੇ ਆ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਹੈਗੇ ਫਾਰੂਕ ਅਬਦੁੱਲਾ, ਉਹਨਾਂ ਨੇ ਪਿੱਛੇ ਜੇ ਬਿਆਨ ਦਿੱਤਾ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਧਾਰਾ 370 ਫੇਰ ਲਾਗੂ ਕਰਾਂਗੇ, ਜਿਹੜੀ ਕਿ ਹਟਾਈ ਗਈ ਹੈ। ਇੱਕ ਵਿਅਕਤੀ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਤੀ, ਉਹ ਕਹਿੰਦਾ ਜੀ ਇਹਨਾਂ ਦੇ ਵੱਲੋਂ ਦੇਸ਼ ਧਰੋਹੀ ਵਾਲਾ ਕੰਮ ਕੀਤਾ ਗਿਆ, ਦੇਸ਼ ਧਰੋਹੀ ਦਾ ਪਰਚਾ ਦਰਜ ਹੋਣਾ ਚਾਹੀਦਾ ਇਹਨਾਂ ਦੇ ਉੱਤੇ, ਤੇ ਇਹਨਾਂ ਨੇ ਦੇਸ਼ ਨੂੰ ਵੰਡਣ ਦੀ ਤੇ ਕੇਂਦਰ ਸਰਕਾਰ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੁਪਰੀਮ ਕੋਰਟ ਨੇ ਉਸ ਪਟੀਸ਼ਨਕਰਤਾ ਨੂੰ ਝਾੜਿਆ ਤੇ 50,000 ਰੁਪਏ ਦਾ ਜੁਰਮਾਨਾ ਵੀ ਕੀਤਾ, ਤੇ ਇਹ ਵੀ ਟਿੱਪਣੀ ਕੀਤੀ ਹੈ ਵੀ ਜੇਕਰ ਸਰਕਾਰ ਦੇ ਨਾਲ ਕਿਸੇ ਦੇ ਵਿਚਾਰ ਮੇਲ ਨਾ ਖਾਂਦੇ ਹੋਣ, ਇਹਦਾ ਮਤਲਬ ਦੇਸ਼ ਧਰੋਹੀ ਨਹੀਂ ਹੁੰਦਾ। ਤੁਹਾਡੇ ਵਿਚਾਰ ਕੋਈ ਵੀ ਹੋ ਸਕਦੇ ਆ, ਤੁਸੀਂ ਆਪਣੇ ਵਿਚਾਰ ਦਾ ਪ੍ਰਗਟਾਵਾ ਜ਼ਾਬਤੇ ਦੇ ਵਿੱਚ ਰਹਿ ਕੇ ਕਰ ਸਕਦੇ ਆ, ਪਰ ਜੇਕਰ ਤੁਸੀਂ ਸਰਕਾਰ ਦੀ ਬੋਲੀ ਨਹੀਂ ਬੋਲਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਦੇਸ਼ ਧਰੋਹੀ ਆ। ਸੋ ਸੋਚਣਾ ਵਿਚਾਰਨਾ ਬਣਦਾ, ਜਿਹੜੇ ਕਿ ਦੇਸ਼ ਧਰੋਹੀ ਤੇ ਦੇਸ਼ ਭਗਤੀ ਦੀ ਆਪਦੀ ਪਰਿਭਾਸ਼ਾ ਘੜੀ ਫਿਰਦੇ ਆ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।